ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਅੱਜ ਦੀ ਅਪਡੇਟ ਤੁਹਾਨੂੰ ਦਿੰਨਾ। ਹੁਣੇ ਥੋੜੀ ਦੇਰ ਪਹਿਲਾਂ ਕਿੱਥੋਂ ਸੀਗੇ ਆਪਾਂ 30,000 ਕੋਟ ਦੇ ਵਿੱਚੋਂ ਦੀ ਬਾਹਰ ਨਿਕਲੇ ਆ। ਤੇ ਖੁਸ਼ਖਬਰੀ ਇਹ ਹੈ ਕਿ ਮੈਂ ਸ਼ੁਰੂ ਤੋਂ ਦੱਸਦਾ ਕਿ ਪਹਿਲੇ ਜਿਹੜੇ ਕੇਸ ਸੀਗੇ ਉਸ ਦੇ ਵਿੱਚ ਬਾਈ ਦੀ ਜ਼ਮਾਨਤ ਹੋ ਗਈ ਸੀ। ਜੱਜ ਨੇ ਜਿਹੜੇ ਜ਼ਮਾਨਤੀ ਸੀਗੇ ਉਹਨਾਂ ਦੀ ਵੀ ਸ਼ਨਾਖਤ ਜਾਂ ਵੈਰੀਫਿਕੇਸ਼ਨ ਮੰਗ ਲਈ ਸੀ। ਫਿਰ ਉਹ ਪ੍ਰੋਸੈਸ ਪੂਰਾ ਹੋਇਆ ਤੇ ਅੱਜ ਉਹ ਕੋਰਟ ਦੇ ਸਾਹਮਣੇ ਜੱਜ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਉਹ ਸ਼ਨਾਖਤਾਂ ਵੀ ਹੋ ਗਈਆਂ ਕਿ ਵੈਰੀਫਿਕੇਸ਼ਨਾਂ ਵੀ ਹੋ ਗਈਆਂ। ਤੇ ਪਹਿਲਾ ਜਿਹੜਾ ਕੇਸ ਸੀਗਾ ਉਸ ਦੇ ਵਿੱਚ ਜ਼ਮਾਨਤ ਦਾ ਜਿਹੜਾ ਬੇਲ ਦਾ ਪ੍ਰੋਸੈਸ ਸੀਗਾ ਉਹ ਸਾਰਾ ਖਤਮ ਹੋ ਗਿਆ। ਮਤਲਬ ਇੱਕ ਕਿਸਮ ਦਾ ਪਹਿਲੇ ਵਾਲਾ ਜਿਹੜਾ ਕੇਸ ਸੀਗਾ ਉਹ ਆਲਮੋਸਟ ਸੋਲਵ ਹੋ ਗਿਆ। ਤੇ ਪੁਲਿਸ ਨੇ ਚਲਾਕੀ ਇਹ ਕੀਤੀ ਕਿ ਦੂਸਰਾ ਉਹਦੇ ਵਰਗਾ ਕੇਸ ਜਿਹੜਾ ਸੀਗਾ ਇੱਕ ਹੋਰ ਪਾ ਕੇ ਉਸ ਦੀ ਅਰੈਸਟ ਮੰਗ ਲਈ ਸੀ ਪੁਲਿਸ ਕੋਲੋਂ, ਰਿਮਾਂਡ ਮੰਗ ਲਈ ਸੀਗੀ। ਤੇ ਕੱਲ ਉਹਨਾਂ ਨੇ ਤਿਹਾੜ ਦੇ ਵਿੱਚ ਇਸ ਦੀ ਡਿਮਾਂਡ ਕੀਤੀ ਸੀ। ਤਿਹਾੜ ਦੇ ਜਿਹੜੇ ਜੱਜ ਸਾਹਿਬ ਸੀਗੇ ਉਹਨਾਂ ਨੇ ਬੋਲਿਆ ਕਿ ਬਈ ਮੇਰੇ ਹਿਸਾਬ ਨਾਲ ਤਾਂ ਇਹ ਰਿਮਾਂਡ ਨਹੀਂ ਬਣਦੀ, ਕਿਉਂਕਿ ਇੱਕੋ ਕੇਸ, ਇੱਕੋ ਹੀ ਜਗ੍ਹਾ ਦਾ ਕੇਸ ਔਰ ਇੱਕੋ ਹੀ ਥਾਣੇ ਦੇ ਵਿੱਚ ਫਿਰ ਦੁਬਾਰਾ 2 FIR ਤੁਸੀਂ ਕਿੱਦਾਂ ਕੱਟ ਰਹੇ ਹੋ। ਤੇ ਜੱਜ ਸਾਹਿਬ ਨੇ ਮਨਾ ਕਰਤਾ ਸੀਗਾ। ਅੱਜ ਉਸ ਦੀ ਵੀ ਜ਼ਮਾਨਤ ਪ੍ਰੋਸੈਸ ਵੀ ਪੂਰਾ ਹੋਇਆ ਤੇ ਨਾਲ ਦੇ ਨਾਲ ਜਿਹੜੇ ਵਕੀਲ ਸਾਹਿਬ ਸੀਗੇ ਢਿੱਲੋਂ ਸਾਹਿਬ, JS ਢਿੱਲੋਂ ਸਾਹਿਬ, ਉਹਨਾਂ ਨੇ ਜੋ ਵੀਡੀਓ ਕਾਨਫਰੰਸਿੰਗ ਦੇ ਉੱਤੇ ਅੱਜ ਉਸ ਰਿਮਾਂਡ ਦੀ ਗੱਲ ਕਰ ਰਹੇ ਸੀਗੇ। ਤੇ ਉਸ ਰਿਮਾਂਡ ਦੇ ਵਿੱਚ ਜੱਜ ਸਾਹਿਬ ਨੇ, ਇੱਧਰ ਵਾਲੇ ਜੱਜ ਸਾਹਿਬ ਨੇ ਵੀ, 30,000 ਵਾਲੇ ਜੱਜ ਸਾਹਿਬ ਨੇ ਵੀ ਜਿਹੜੀ ਪੁਲਿਸ ਨੇ ਰਿਮਾਂਡ ਮੰਗੀ ਸੀਗੀ ਉਹ ਰਿਜੈਕਟ ਕਰ ਦਿੱਤੀ ਉਸ ਐਪਲੀਕੇਸ਼ਨ ਨੂੰ। ਇੱਕ ਕਿਸਮ ਦੀ ਪੁਲਿਸ ਦੀ ਹਾਰ ਹੈਗੀ ਹੈ। ਔਰ ਇਸ ਕੇਸ ਦੇ ਵਿੱਚ ਹੁਣ 23 ਤਰੀਕ ਨੂੰ ਇਸੇ ਕੇਸ ਦੀ ਸੁਣਵਾਈ ਹੋਏਗੀ। ਤੇ ਇਹ ਕੇਸ ਹੁਣ ਜ਼ਿਆਦਾ ਬਚਦਾ ਨਹੀਂ, ਕਿਉਂਕਿ ਸੇਮ ਕੇਸ ਦੇ ਵਿੱਚ ਕੋਰਟ ਜ਼ਮਾਨਤ ਦੇ ਚੁੱਕਿਆ, ਬੇਲ ਦੇ ਚੁੱਕਿਆ। ਤੇ ਉਸ ਹਿਸਾਬ ਨਾਲ ਉਸੇ ਗਰਾਊਂਡ ਦੇ ਉੱਤੇ ਗੱਲ ਕੀਤੀ ਜਾਏਗੀ ਤਾਂ ਜ਼ਿਆਦਾ ਪ੍ਰੋਬਲਮ ਨਹੀਂ ਆਏਗੀ। ਜਿਹੜੀ ਮਨਦੀਪ ਸਿੱਧੂ ਭਾਈ ਦੇ ਨਾਲ ਗੱਲ ਕੀਤੀ ਸੀਗੀ ਕਿ ਆਪਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗੇਗਾ। ਹੁਣ ਹੋਪਫੁਲੀ 23 ਨੂੰ ਹੀ ਕੰਮ ਹੋ ਜਾਏਗਾ। ਵੈਸੇ ਗੱਲ ਹੈ ਕਿ ਜਿਹੜਾ ਕੇਸ ਇਸ ਵਾਰੀ ਪੁਲਿਸ ਨੇ ਪਾਇਆ ਹੈ ਕਿ ਦੀਪ ਬਾਈ ਨੇ ਉੱਤੇ ਤੋੜ-ਫੋੜ ਦਾ ਜਿਹੜਾ ਕੇਸ ਹੈਗਾ ਕਿ ਬਿਲਡਿੰਗ ਨੂੰ, ਸਰਕਾਰੀ ਬਿਲਡਿੰਗ ਨੂੰ ਤੋੜ-ਫੋੜ ਕੀਤੀ ਗਈ, ਉਸ ਦਾ ਕੇਸ ਹੈਗਾ। ਇਹੀ ਕੇਸ ਤਾਂ ਵੈਸੇ ਹਰਿਆਣਾ ਗਵਰਨਮੈਂਟ ਤੇ ਵੀ ਬਣਦਾ, ਜਿਹਦੇ ਸਰੇਆਮ ਸਰਕਾਰੀ ਸੜਕਾਂ, ਪਬਲਿਕ ਪ੍ਰਾਪਰਟੀ ਹੁੰਦੀ ਹੈ, ਉਹ ਸੜਕਾਂ ਤੋੜ ਦਿੱਤੀਆਂ ਸੀਗੀਆਂ, ਉਹਨਾਂ ਦੇ ਖੱਡੇ ਕਰ ਦਿੱਤੇ ਸੀਗੇ ਉਸ ਦਾ। ਲੇਕਿਨ ਖੈਰ ਕੀ ਕਹਿੰਦੇ ਆ ਕਿ ਗੁੰਡਾਗਰਦੀ ਦੀ ਸਰਕਾਰ ਜਿਹਨੂੰ ਕਹਿ ਲਈਏ, ਕਿ ਉਸ ਹਿਸਾਬ ਨਾਲ ਉਹ ਆਪਣੇ ਉੱਤੇ ਤਾਂ ਕੁਝ ਨਹੀਂ ਕਰਦੇ, ਦੂਸਰਿਆਂ ਦੇ ਉੱਤੇ ਸਰੇਆਮ ਕਿੱਦਾਂ ਧੱਕਾ ਹੁੰਦਾ ਪਿਆ। ਇੱਕ ਹੋਰ ਚੀਜ਼, ਦਿੱਲੀ ਦੀ ਸੜਕਾਂ ਤੇ ਟ੍ਰੈਫਿਕ ਵੀ ਬੜਾ ਅਜੀਬ ਜਿਹਾ, ਧਿਆਨ ਬਾਰ-ਬਾਰ ਉਧਰ ਹੋ ਜਾਂਦਾ, ਲੋਕੀ ਕਿਧਰੋਂ ਵੀ ਕੱਢ ਲੈਂਦੇ ਆ। ਤੇ ਜਦੋਂ ਮੈਂ ਲਾਸਟ ਲਾਈਵ ਪਾਇਆ ਸੀਗਾ ਤਾਂ ਕਿਸੇ ਵੀਰ ਨੇ ਇਹ ਗੱਲ ਬੋਲੀ ਸੀਗੀ ਕਿ ਯਾਰ ਇਹ ਸਮਝ ਨਹੀਂ ਆਉਂਦੀ ਇਹ ਗੱਲ ਕਿ ਦੀਪ ਸਿੱਧੂ ਆਪ ਵਕੀਲ ਹੈ, ਉਸਦਾ ਭਰਾ ਵੀ ਵਕੀਲ ਹੈ, ਵਕੀਲਾਂ ਦੀ ਟੀਮ ਵੀ ਲੱਗੀ ਹੋਈ ਹੈ। ਤੇ ਜਦੋਂ ਇੱਕ ਕੇਸ ਤੋਂ ਫਾਰਗ ਹੋ ਰਹੇ ਸੀਗੇ ਤੇ ਇਹ ਤਾਂ ਪਤਾ ਹੀ ਸੀਗਾ ਕਿ ਪੁਲਿਸ ਚਲਾਕੀ ਕਰਦੀ ਹੈ ਤੇ ਦੂਸਰੇ ਕੇਸ ਵੀ ਪਾ ਦਿੰਦੀ ਹੈ। ਤੇ ਕਿਉਂ ਨਹੀਂ ਪਹਿਲਾਂ ਹੀ ਅਰਜੀ ਪਾ ਦਿੱਤੀ ਗਈ ਸੀਗੀ। ਤੇ ਮੈਂ ਉਸ ਵੀਰ ਨੂੰ ਕਹਾਂ ਯਾਰ ਮੇਰੀ ਗੱਲ ਦਾ ਬੁਰਾ ਨਾ ਮੰਨੇ, ਲੇਕਿਨ ਕੋਈ ਸੁਜੈਸ਼ਨ ਜਾਂ ਕੋਈ ਗੱਲ ਹੁੰਦੀ ਨਾ ਤਾਂ ਉਹ ਇਨਬਾਕਸ ਕੀਤੀ ਜਾ ਸਕਦੀ ਹੈ। ਕਿਉਂਕਿ ਹੁੰਦਾ ਕੀ ਹੈ ਕਿ ਸਾਨੂੰ ਕਈ ਵਾਰੀ ਅੱਧੀਆਂ ਜਾਣਕਾਰੀਆਂ ਹੁੰਦੀਆਂ ਤੇ ਉਸ ਦੇ ਨਾਲ ਗੱਲਾਂ ਜਿਹੜੀਆਂ ਉਹ ਲੋਕਾਂ ਦੇ ਮਨ ਦੇ ਵਿੱਚ ਹੋਰ ਸ਼ੰਕਾ ਸ਼ੁਭਾ ਜਿਹੜੇ ਨੇ ਉਹ ਪੈਦਾ ਹੋ ਜਾਂਦੇ ਆ। ਔਰ ਇਹਦਾ ਜਵਾਬ ਵੀ ਮੈਂ ਦੇ ਦਿੰਦਾ ਕਿ ਅਗਰ ਅਸੀਂ ਜਾਂ ਸਾਡੀ ਜਿਹੜੀ ਵਕੀਲਾਂ ਦੀ ਟੀਮ ਆ, ਮੈਂ ਮਨਦੀਪ ਭਾਈ ਨਾਲ ਇਹ ਵਾਲੀ ਗੱਲ ਕੀਤੀ ਸੀ, ਕਹਿੰਦੇ ਭਾਜੀ ਅਗਰ ਅਸੀਂ ਇਹ ਪਾ ਦਈਏ ਕਿ ਕੋਰਟ ਨੂੰ ਕਿ ਬਈ ਹੋਰ ਅਗਰ ਤੁਹਾਡੇ ਕੋਲ ਕੇਸ ਹੈਗੇ ਆ ਤਾਂ ਸਾਨੂੰ ਦੱਸੋ, ਤੇ ਤੁਹਾਨੂੰ ਕੀ ਲੱਗਦਾ ਕਿ ਕੋਰਟ ਇਹ ਬੋਲੇਗਾ ਕਿ ਨਹੀਂ ਸਾਡੇ ਕੋਲ ਹੋਰ ਕੇਸ ਨਹੀਂ ਹੈ?
ਉਹਨੇ ਜਵਾਬ ਦੇਣਾ ਹੈ ਕਿ ਹਾਂਜੀ 90 ਕੇਸ ਹੋਰ ਨੇ, ਇਹਨਾਂ ਸਾਰਿਆਂ ਵਿੱਚ ਵਾਂਟਡ ਹੈ। ਫਿਰ ਆਪਾਂ ਕੀ ਕਰਾਂਗੇ? ਹੁਣ ਅਗਰ ਪੁਲਿਸ ਨੇ ਇੱਕੋ ਕੇਸ ਦੇ ਵਿੱਚ ਪ੍ਰੋਬਲਮ ਖੜੀ ਕਰਕੇ ਦੁਬਾਰਾ ਪ੍ਰੋਬਲਮ ਖੜੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੀ ਹਾਰ ਹੋਈ। ਲੇਕਿਨ ਅਗਰ ਅਸੀਂ ਅਰਜੀ ਲਾਈ ਹੁੰਦੀ ਤੇ ਅਸੀਂ ਫਸ ਗਏ ਹੁੰਦੇ, ਫਿਰ ਕਈ ਸਾਲਾਂ ਦਾ ਟਾਈਮ ਲੱਗ ਜਾਂਦਾ ਤੇ ਜ਼ਮਾਨਤਾਂ ਹੀ ਕਰਾਉਂਦੇ ਰਹਿ ਜਾਂਦੇ ਇੰਨੇ ਕੇਸਾਂ ਦੇ ਵਿੱਚੋਂ। ਤੇ ਕਈ ਵਾਰੀ ਕੀ ਹੁੰਦਾ ਕਿ ਸਾਨੂੰ ਲੱਗਦਾ ਕਿ ਯਾਰ ਉਹ ਸਾਹਮਣੇ ਵਾਲੇ ਗਲਤੀ ਕਰਦੇ ਪਏ ਆ। ਅਗਰ ਤੁਹਾਨੂੰ ਕਦੀ ਲੱਗੇ ਵੀ ਤੁਸੀਂ ਇਨਬਾਕਸ ਕਰ ਸਕਦੇ ਹੋ, ਮਨਦੀਪ ਭਾਜੀ ਨੂੰ ਕਰ ਸਕਦੇ ਹੋ, ਦੀਪ ਭਾਈ ਦੇ ਪੇਜ ਤੇ ਕਰ ਸਕਦੇ ਹੋ। ਮਨਦੀਪ ਭਾਈ ਹੀ ਉਸ ਨੂੰ ਅੱਜ ਕੱਲ ਦੇਖਦੇ ਨੇ। ਤੇ ਕਿਉਂਕਿ ਜਦੋਂ ਅਸੀਂ ਪੇਜ ਤੇ ਜਾਂ ਇਦਾਂ ਕਮੈਂਟਾਂ ਵਿੱਚ ਪਾ ਦਿੰਦੇ ਆ ਤੇ ਉਹ ਫਿਰ ਅਫਵਾਹਾਂ ਦਾ ਰੂਪ ਲੈ ਲੈਂਦੀਆਂ ਨੇ, ਜਾਂ ਬਹੁਤ ਸਾਰੇ ਤਰ੍ਹਾਂ ਦੇ ਦਿਮਾਗ ਦੇ ਵਿੱਚ ਕੁਐਸਚਨ ਉਹ ਘੁੰਮਣੇ ਸ਼ੁਰੂ ਹੋ ਜਾਂਦੇ ਆ ਕਿ ਕਲੈਰਿਟੀ ਜਿਹੜੀ ਆ ਉਹ ਫਿਰ ਨੀਵੀਂ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ ਆਪਾਂ ਨਾ ਕਰੀਏ। ਤੇ ਅੱਜ ਦੀ ਇੰਨੀ ਕੀ ਜਾਣਕਾਰੀ ਸੀਗੀ। ਮੈਂ ਇਸ ਸਮੇਂ ਬਹੁਤ ਸਵੇਰ ਦਾ ਕੁਝ ਖਾਧਾ ਨਹੀਂ ਹੋਇਆ, ਭੁੱਖ ਬਹੁਤ ਲੱਗੀ ਹੋਈ ਹੈ। ਤੇ ਸਾਰਿਆਂ ਨੂੰ ਵਧਾਈ ਹੋਵੇ ਕਿ ਰਿਮਾਂਡ ਜਿਹੜੀ ਹੈ ਪੁਲਿਸ ਦੀ ਰਿਜੈਕਟ ਹੋ ਗਈ। ਇਸ ਦੇ ਨਾਲ ਕੇਸ ਹੋਰ ਸਟਰੋਂਗ ਹੋ ਗਿਆ ਕਿ 23 ਤਰੀਕ ਨੂੰ ਜਿਹੜੀ ਬੇਲ ਸਾਡੀ ਹੋਣੀ ਹੈ, ਸੁਣਵਾਈ ਜਿਹੜੀ ਹੋਣੀ ਹੈ, ਉਸ ਦੇ ਵਿੱਚ ਅਸੀਂ ਹੋਰ ਵੀ ਸਟਰੋਂਗ ਹੋ ਗਏ ਹਾਂ। ਤੇ ਵੈਸੇ ਜਿੱਦਾਂ ਅੱਜ ਕੱਲ ਮੈਂ ਬੋਲਦਾ ਰਹਿਣਾ, ਤੇ ਲਾਸਟ ਟਾਈਮ ਵੀ ਬੋਲ ਰਿਹਾ ਸੀਗਾ। ਤਾਂ ਮੇਰੀ ਬੇਟੀ ਹੈ, ਇਹ ਗੱਡੀ ਚਲਾ ਰਹੀ ਸੀਗੀ ਲਾਸਟ ਟਾਈਮ ਵੀ। ਇਹ ਪਿੱਛੇ ਬੇਟਾ ਹੈ, ਇਹ ਪਿੱਛੇ ਸੀਗਾ। ਤੇ ਇਹ ਲਾਸਟ ਟਾਈਮ ਮੇਰੇ ਤੋਂ ਪੁੱਛਦੀ ਸੀਗੀ ਕਿ ਕਾਮਰੇਡ ਕੀ ਹੁੰਦੇ ਆ। ਇਹਨਾਂ ਨੂੰ ਇਹ ਅਰਬਨ ਥੋੜੇ ਜ਼ਿਆਦਾ ਨੇ, ਸ਼ਹਿਰੀ ਥੋੜੇ ਹੈਗੇ ਆ, ਤਾਂ ਇਹਨਾਂ ਨੂੰ ਕਾਮਰੇਡ ਨਹੀਂ ਪਤਾ ਸੀਗਾ। ਤੇ ਵੈਸੇ ਮੈਂ ਸੋਚਿਆ ਸੀ ਕਿ ਅੱਜ ਕਾਮਰੇਡ ਕੀ ਹੁੰਦੇ ਨੇ ਉਹਦੇ ਉੱਤੇ ਵੀ ਗੱਲ ਕਰਾਂਗਾ, ਪਰ ਮੇਰੇ ਖਿਆਲ ਰਾਤੀ ਗੱਲ ਕਰਦਾ। ਹੁਣ ਥੋੜਾ ਜਿਹਾ ਪਹਿਲਾਂ ਖਾਣੇ ਵੱਲ ਨੂੰ ਧਿਆਨ ਜਾਂਦਾ ਪਿਆ, ਔਰ ਮਾਸ ਦਿੱਲੀ ਦੇ ਵਿੱਚ ਜ਼ਿਆਦਾ ਦੇਰ ਸੜਕ ਤੇ ਚੱਲਦੇ ਹੋਏ ਲਾ ਨਹੀਂ ਸਕਦੇ, ਕਦੀ ਵੀ ਚਲਾਨ ਹੋ ਸਕਦਾ। ਤੇ ਮੈਂ ਘਰ ਜਾ ਕੇ ਆਪਣਾ ਕਾਮਰੇਡਾਂ ਦੁਆਲੇ ਹੁੰਨੇ ਆ ਥੋੜਾ ਜਿਹਾ। ਤੇ ਅੱਜ ਦੀ ਇੰਨੀ ਅਪਡੇਟ ਹੈ ਜੀ। ਸਤਿ ਸ਼੍ਰੀ ਅਕਾਲ।